ਪਹਿਲਾਂ ਤਾਂ ਮੈਂ ਉਹਨਾਂ तमाम ਉਮੀਦਵਾਰਾਂ ਨੂੰ ਵਧਾਈ ਦੇਣੀ ਚਾਹੁੰਦਾ ਹੈ ਔਰ ਆਮ ਆਦਮੀ ਪਾਰਟੀ ਨੂੰ ਵੀ ਆਲ ਦਾ ਬੈਸਟ। ਦੂਜਾ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਸਰਪੰਚਾਂ ਨੂੰ ਲੜਾਵਾਂਗੇ, ਅਸੀਂ ਆਮ ਲੋਕਾਂ ਨੂੰ ਹੌਲੀ ਹੌਲੀ ਅੱਗੇ ਲੈ ਕੇ ਆਵਾਂਗੇ, ਅਸੀਂ ਲੋਕਾਂ ਦੀ ਸਹਿਮਤੀ ਨਾਲ ਉਮੀਦਵਾਰ ਦੇਵਾਂਗੇ। ਕੋਈ ਐਸਾ ਵੀ ਸਮੇਂ ਹੁੰਦਾ ਸੀ ਕਿ ਇੱਕ ਬਾਕਸ ਲਾਇਆ ਜਾਂਦਾ ਸੀ ਤੇ ਉੱਥੋਂ ਦੇ ਲੋਕਾਂ ਦਾ ਓਪੀਨੀਅਨ ਲਿਆ ਜਾਂਦਾ ਸੀ। ਔਰ ਅੱਜ ਕੀ ਹੋਇਆ ਕਿ 2 ਸਾਲਾਂ ਦੀ ਸਰਕਾਰ 92 ਸੀਟਾਂ ਤੋਂ ਬਾਅਦ ਇਸ ਗੱਲ ਤੋਂ ਇਹ ਗੱਲ ਤੈਅ ਹੋ ਜਾਂਦੀ ਹੈ ਕਿ ਅੱਜ ਮਜਬੂਰਨ ਆਪਦੇ 5 ਮੰਤਰੀ ਉਤਾਰਨੇ ਪਏ। ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ। 2 ਚਿਹਰੇ ਉਹ ਪੋਚਿੰਗ ਕਰਕੇ ਲੈ ਕੇ ਗਏ, ਜਾਨੀ ਕਿ ਰਿੰਕੂ ਜੀ ਨੂੰ ਜਲੰਧਰੋਂ ਲੜਾਇਆ ਗਿਆ, ਜੀਪੀ ਜੀ ਜਿਹੜੇ ਉਹਨਾਂ ਨੂੰ ਪੋਚ ਕੀਤਾ ਗਿਆ ਸਾਡੇ ਲੋਕਾਂ ਨੂੰ। ਕਹਿਣ ਦਾ ਮਤਲਬ ਇਹ ਹੈ ਕਿ 2 ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13-0 ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਔਰ ਉਹਨਾਂ ਹੀ ਚਿਹਰਿਆਂ ਨੂੰ ਲੜਾਇਆ ਗਿਆ। ਸੋ ਪਰ ਆਲ ਦਾ ਬੈਸਟ। ਮੈਨੂੰ ਲੱਗਦਾ ਕਿ ਇਹ ਜਲਦਬਾਜ਼ੀ 'ਚ ਲਿਆ ਗਿਆ ਡਿਸੀਜ਼ਨ, ਜਿਹੜੇ तमाम ਸਰਵੇ ਤੇ ਵੋਟ ਪਰਸੈਂਟੇਜ ਜਿਹੜੀ ਆਈ ਇਹ ਉਹ ਜਲਦੀ 'ਚ ਲਿਆ ਗਿਆ ਡਿਸੀਜ਼ਨ ਹੈ। ਔਰ ਕਿੰਨੇ ਔਰ ਜਿਹੜੇ ਲੋਕ ਬਣਾਏ ਗਏ ਹੈ 2 ਸਾਲਾਂ 'ਚ ਬਹੁਤ ਸਾਰੀ ਐਂਟੀ ਇਨਕੰਬੈਂਸੀ ਵੀ ਆਏਗੀ। ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰਨਗੇ, ਇਹਨਾਂ ਲੋਕਾਂ ਦੀ ਵੀ ਚਰਚਾ ਕਰਨਗੇ। ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਜਿਹੜੀ ਲਿਸਟ ਕੱਢ ਦਿੱਤੀ ਹੋਵੇ ਜਿਹਦੇ ਤੋਂ ਲੋਕ ਹੈਰਾਨ ਔਰ ਪਰੇਸ਼ਾਨ ਹੋਣ ਔਰ ਲੋਕਾਂ ਨੂੰ ਲੱਗੇ ਕਿ ਐਸੇ ਚਿਹਰੇ ਦੇ ਦਿੱਤੇ ਗਏ ਨੇ ਜਿਹੜੇ ਚਿਹਰੇ ਲੋਕਾਂ ਨੂੰ ਪਸੰਦ ਆਉਣ। ਇਹਦੇ ਨਾਲ ਇੱਕ ਹੋਰ ਵੀ ਗੱਲ ਇਹਦੇ ਵਿੱਚ ਪਰਸੈਪਸ਼ਨ ਜਿਹੜੀ ਵਿਚਾਰ ਬਣ ਰਹੇ ਲੋਕਾਂ ਦੇ, ਔਰ ਜਿਹੜੀ ਗੱਲ ਸੱਚ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਸਨ। ਢਾਲੀਵਾਲ ਸਾਹਿਬ ਜਿਨ੍ਹਾਂ ਕੋਲੇ ਪੰਚਾਇਤੀ ਰਾਜ ਮੰਤਰੀ ਸਨ ਔਰ ਜਿਹੜੇ ਬਹੁਤ ਪਾਪੂਲਰ ਮੰਤਰੀ ਹੋ ਗਿਆ ਸੀਗਾ ਗੱਲਾਂ ਬਾਤਾਂ 'ਚ, ਤੇ ਉਹਨਾਂ ਤੋਂ ਉਹਨਾਂ ਦਾ ਮਹਿਕਮਾ ਲੈ ਲਿਆ ਗਿਆ, NRI ਦਿੱਤਾ ਗਿਆ। ਇਹ ਵੀ ਤੁਹਾਡੇ ਸਾਹਮਣੇ ਮੀਤ ਹੇਰ ਸਾਹਿਬ ਜਿਨ੍ਹਾਂ ਕੋਲੇ ਮਹਿਕਮਾ ਸੀਗਾ ਮਾਈਨਿੰਗ ਦਾ ਤੇ ਹੋਰ ਵੱਡੇ ਮੰਤਰਾਲੇ ਸੀ। ਸੋ ਕਈ ਵਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਔਰ ਮਾਨ ਸਾਹਿਬ ਦੀ ਆਪਸ ਵਿੱਚ ਜਿਹੜੀ ਕਿ ਜਿਹੜੇ ਉਹਨਾਂ ਦੇ ਚਹੇਤੇ ਹੈ ਉਹਨਾਂ ਨੂੰ ਉਹ ਚਾਹੁੰਦੇ ਨੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇੱਥੋਂ ਫਾਰਗ ਕਰ ਦਿੱਤਾ ਜਾਵੇ। ਸੋ ਇਹ ਕਈ ਗੱਲਾਂ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਜਿਹੜੀ ਲਿਸਟ ਦਿੱਤੀ ਹੋਵੇ, ਕੋਈ ਐसी ਗੱਲ ਕੀਤੀ होवे। तो भाई पहले ही शामिल थी। मैंने तो आपको बहुत बार कहा, आप नहीं तुसी नहीं मानते सी कि भाई परनीत कौर जी ऑलरेडी बीजेपी में शामिल हैं और हम उनको टिकट नहीं देंगे। और वो तब वो कहते थे कि भैया ये राजा वड़िंग कौन होता है। उनको पता चल गया कि राजा वड़िंग ने जो कांग्रेस पार्टी कहती है वो करती है। मैं उनकी इज्जत करता हूँ एज ए लेडी और एज ए मतलब कि मेरे से उम्र में बड़े हैं, लेकिन कांग्रेस पार्टी ने उनको टिकट देना ही नहीं था और शामिल ही थे, विधानसभा में ही शामिल थे। आज के पहले अभी अमरिंदर सिंह जी शामिल हुए। मेरे को तो ये नहीं समझ आती कि एक ही परिवार के लोग 3 बार शामिल क्यों होते हैं। पहले जब अमरिंदर सिंह शामिल हो गए वो अलग शामिल हो गए। अब कौन है जी, बीबा जी शामिल हो गए, बेटी हो गई। अब क्या है जी, अब एक नया बंदा शामिल, कहते परनीत कौर जी। एक ही घर में एक ही परिवार के सदस्य 3 बार शामिल हो गए, 3 बार ही शामिल हो गए। अब चौथा अभी टिक्कू जी की भी बारी है, उनका बेटा है। अगले कल को आप बोलोगे कि वो भी शामिल हो गए। अब क्या कहना है आपका? आप भी सवाल नहीं पूछे इस मुद्दे। पटियाला तो लगभग फाइनल बनया जा रहा है कि परनीत कौर कैंडिडेट होंगे ਤੁਹਾਡੀ ਪਾਰਟੀ ਨੂੰ। बहुत मैं तो कहना बहुत अच्छा अगर परनीत कौर जी होण। कम से कम अमरिंदर सिंह जी ਨੂੰ ਤਾਂ ਇਹ ਗੱਲ ਪਤਾ ਸਮਝ ਆ ਗਈ कि कांग्रेस छड़ के कोहली ने ਜਾਂ मैं 30,000 ਤੇ ਹਾਰ ਗਿਆ। कम से कम ये गल परनीत कौर जी भी समझ आ जाऊगी कि जी 3 बारी मैंबर ऑफ पार्लियामेंट बने आदरणीय परनीत कौर जी, वो कांग्रेस की कृपा ते पंजे का चोन निशान करके बने। कहा जा सकता है वो सीट के लिए गई थी, वहाँ पे सीट के लिए वहाँ गई है क्योंकि उनको सीट मिलेगी, बड़ा ऑफर दिया जाता है। तो 100% और क्या और काय के लिए गए हैं? कोई रिश्तेदारी थोड़ी है बीजेपी के साथ, इसलिए गए। पहले ये बड़े जो लोग होते हैं ना, ये अपॉर्चुनिस्ट होते हैं। ये नो सुनिए, अपॉर्चुनिस्ट होते हैं। ये बिना ताकत रह नहीं सकते। इनके बहुत गंभीर मामले होते हैं, इनकी बड़ी बड़ी इच्छाएं होती हैं, इनके बड़े बड़े मसले होते हैं।
वो तमाम मसलों को इन्होंने ठीक करके भी रखना है। ये सरकारों के बिना रह नहीं सकते, ये चल नहीं सकते, ये भी एक कारण है। ਜੀਪੀ ਦੀ ਤੁਸੀਂ ਤਾਰੀਫ ਵੀ ਸਟੇਜਾਂ ਤੇ ਬਹੁਤ ਕੀਤੀ ਆ ਕੋਈ ਗੱਲ ਜੀ, ਜੀਪੀ ਜੀ ਬਹੁਤ ਛੋਟੇ ਮੇਰੇ ਭਰਾ ਨੇ, ਲੇਕਿਨ ਉਹਨਾਂ ਦਾ ਚਲੇ ਜਾਣਾ ਹੈਰਾਨੀਜਨਕ ਸੀਗਾ। ਲੇਕਿਨ ਮੈਂ ਇਹ ਸਮਝਦਾ ਕਿ ਅੱਜ ਦੇ ਯੁੱਗ ਦੇ ਵਿੱਚ ਓਪਰਚੁਨਿਸਟ ਲੋਕ ਜ਼ਿਆਦਾ ਹੋ ਗਏ ਨੇ। ਹਰ ਵਿਅਕਤੀ ਨੂੰ ਲੱਗਦਾ ਕਿ ਮੈਂ ਜਲਦੀ, ਔਰ ਇਹ ਹਰ ਫੀਲਡ 'ਚ ਹੋ ਗਿਆ, ਚਾਹੇ ਉਹ ਕੋਈ ਵੀ ਹੈ, ਉਹਨਾਂ ਨੂੰ ਲੱਗਦਾ ਕਿ ਮੈਨੂੰ ਕਿੱਥੋਂ ਵੱਧ ਸੈਲਰੀ ਮਿਲੂਗੀ, ਮੈਂ ਉੱਥੇ ਚਲਾ ਜਾਣਾ। ਸੋ ਜਿਹੜੀਆਂ ਕमिटमेंट्स आपकी पार्टी नए उम्मीदवार लेकर आएगी या पुरानों चेहरों को ही टिकट दिया जाएगा? कौन सी हमने तो देखो, हम पहले हमने कभी कहा कि हम आम आदमी को लेकर आएंगे। मेरे जैसे जो लोग चुनाव में लड़े वो आम आदमी थे, जिनका राजनीति में कोई कुछ नहीं था। नए चेहरे भी हमारे बहुत आए। हम हमेशा वो बात करते हैं जो होने वाली, बहुत से पुराने चेहरे भी आएंगे, बहुत से नए चेहरे भी आएंगे, ये मिक्स एंड मैच होगा। यंगस्टर भी आएंगे, यंगस्टर भी आएंगे, सीनियर भी आएंगे। कहा जा रहा है कि बड़े नेता अपने चुनाव नहीं लड़ना चाहते लोकसभा का, नवजोत सिंह सिद्धू का भी नाम उसमें है। भाई ऐसा कौन नेता चुनाव नहीं लड़ना चाहता या लड़ना चाहता है, मेरे को इस बारे में कोई जानकारी नहीं है। लेकिन जो जीतने वाले नेता होंगे, चाहे वो बड़े होंगे छोटे होंगे, कांग्रेस पार्टी को, राहुल गांधी को, किसी मतलब कि कौन डिनाई कर रहा है? अगर कोई किसी को पार्टी कहेगी कि जिसको भी आदेश करेगी, मेरे को लगता है वो पार्टी लड़े। ਕਹਿੰਦੇ ਹੋਏ ਨਜ਼ਰ ਆਏ ਸੀਗੇ, ਕਹਿੰਦੇ ਰਾਜਾ ਵੜਿੰਗ ਨੂੰ ਵੀ ਚੋਣ ਲੜਨੀ ਚਾਹੀਦੀ ਹੈ, ਪ੍ਰਤਾਪ ਬਾਜਵਾ ਨੂੰ, ਨਵਜੋਤ ਸਿੰਘ ਸਿੱਧੂ ਨੂੰ, ਸੁਖਜਿੰਦਰ ਰੰਧਾਵਾ ਨੂੰ, ਸਾਰਿਆਂ ਨੂੰ ਲੋਕ ਸਭਾ ਚੋਣਾਂ ਲੜਨੀਆਂ ਚਾਹੀਦੀਆਂ। ਸੋ ਮੈਨੂੰ ਨਹੀਂ ਪਤਾ ਵੀ ਪ੍ਰਗਟ ਸਿੰਘ ਕੀ ਕਹਿੰਦੇ ਹੋਏ ਨਜ਼ਰ ਆਏ। ਚੰਗੀ ਗੱਲ ਹੈ, ਪ੍ਰਗਟ ਸਿੰਘ ਜੀ ਦੀ ਇਸ ਬਾਰੇ ਇਹ ਸੋਚਣੀ ਹੋਗੀ। ਹਰ ਬੰਦੇ ਦਾ ਆਪਣਾ ਆਪਣਾ IQ ਹੈ, ਆਪਣਾ ਆਪਣਾ ਵਿਚਾਰ ਹੈਗਾ। ਪ੍ਰਗਟ ਸਿੰਘ ਜੀ ਦਾ ਇਹ ਵਿਚਾਰ ਹੈ, ਹੋ ਸਕਦਾ ਇਹ ਵਿਚਾਰ ਵਧੀਆ ਹੋਵੇ। ਸੋ ਤਿਆਰੀ ਕਰ ਰਹੇ ਹੋ ਸਰ? ਦੇਖੋ ਮੈਂ ਤਾਂ 13 ਦੀਆਂ 13 ਸੀਟਾਂ ਦੀ ਤਿਆਰੀ ਕਰ ਰਿਹਾ। ਰਾਜਾ ਵੜਿੰਗ ਤਾਂ ਜਦੋਂ ਮਾੜੇ ਹਾਲਾਤ ਸਨ, ਜਦੋਂ ਕੇਂਦਰੀ ਮੰਤਰੀ ਸੀ ਹਰਸਿਮਰਤ ਕੌਰ ਬਾਦਲ, ਉਦੋਂ ਉਹਦੇ ਸਾਹਮਣੇ ਜਾ ਕੇ ਲੜਿਆ, ਆਪਦਾ ਹਲਕਾ ਛੱਡ ਕੇ ਲੜਿਆ, ਬੀਬਾ ਜੀ ਦੇ ਸਾਹਮਣੇ ਲੜੇ। ਸੋ ਮੇਰੇ ਕਹਿਣ ਦਾ ਮਤਲਬ ਰਾਜੇ ਵੜਿੰਗ ਦੀ ਤਾਂ 13 ਦੀਆਂ 13 ਸੀਟਾਂ ਤੋਂ ਤਿਆਰੀ ਹੈ, ਜਿੱਥੋਂ ਪਾਰਟੀ ਇਹ ਲੱਗੇਗਾ। ਪਰ ਮੈਂ ਕਿਸੇ ਦਾ ਅਧਿਕਾਰ ਜਾਂ ਉੱਥੇ ਹੋਰ ਮੇਰੇ ਨਾਲ ਮਜ਼ਬੂਤ ਕੈਂਡੀਡੇਟ ਹੋਵੇ, ਉੱਥੇ ਹੋਰ ਹੋਵੇ, ਉਹ ਨਹੀਂ ਲੈਣਾ ਚਾਹੁੰਦਾ। ਲੇਕਿਨ ਜੇ ਅਗਰ ਮੈਨੂੰ ਪਾਰਟੀ ਕਿਤੋਂ ਕਹੇਗੀ ਤਾਂ ਰਾਜਾ ਵੜਿੰਗ ਕਿਤੋਂ ਕਹਿ ਸਕਦਾ ਕਿ ਨਹੀਂ। ਲਿਸਟ ਕਦੋਂ ਆ ਜਾਏਗੀ? 13 ਦੀਆਂ 13 ਤੋਂ ਲਿਸਟ ਕਦੋਂ ਆ ਜਾਏਗੀ ਤੁਹਾਡੀ ਲਿਸਟ? ਲਿਸਟ ਐਸੀ ਲਿਆਵਾਂਗੇ, ਲਿਸਟ ਆ ਜਾਏਗੀ, ਤੁਸੀਂ ਦੇਖੋਗੇ। ਬਲਕਿ ਸ਼ੇਰ ਦੀ ਸਵਾਰੀ ਕਰਾਂਗੇ, ਤੁਸੀਂ ਦੇਖੋ ਕੀ ਹੋਏਗਾ। ਮੁੱਖਮੰਤਰੀ ਦੇ ਦੋਸਤ ਕਰਮਜੀਤ ਅਨਮੋਲ ਨੂੰ ਵੀ ਟਿਕਟ ਦਿੱਤੀ ਹੈ, ਕਿਸ ਤਰ੍ਹਾਂ ਦੇਖਦੇ ਹੋ? ਹਾਂਜੀ, ਕਿਹਨੂੰ ਦਿੱਤੀ? ਕਰਮਜੀਤ ਅਨਮੋਲ ਮੈਂ ਤਾਂ ਤੁਹਾਨੂੰ ਕਹਿ ਰਿਹਾ, ਕਿਤੇ ਦੋਸਤ ਆ ਗਏ, ਕਿਤੇ ਪੁਰਾਣੇ ਚਿਹਰੇ ਆ ਗਏ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਹੁਣ ਉਹ ਮੁੱਖ ਮੰਤਰੀ ਸਾਹਿਬ ਜਿਹੜੀ 13-0 ਵਾਲੀ ਗੱਲ ਕਰਦੇ ਸੀ, ਉਹ ਨਹੀਂ ਕਿਸੇ ਨੇ ਸਵਾਲ ਪੁੱਛਿਆ ਵੀ 13-0 ਕੀ ਹੈ। 13-0 ਮਤਲਬ ਕਿ ਆਪ ਜ਼ੀਰੋ ਤੇ ਤਾਂ ਨਹੀਂ ਰਹਿਣ ਵਾਲੇ। ਉਹਨਾਂ ਨੇ ਤਾਂ ਇਹ ਕਹਿਣਾ ਮੈਂ 13-0 ਕਿਹਾ ਸੀ, ਆ ਜ਼ੀਰੋ ਆ ਗਈ ਹੈ। ਵੜਿੰਗ ਸਾਹਿਬ, ਵਿਕਰਮ ਚੌਧਰੀ ਨੇ ਸਵਾਲ ਕੀਤੇ ਨੇ। ਵਿਕਰਮ ਚੌਧਰੀ ਕਹਿੰਦੇ ਕਿ ਪਾਰਟੀ ਨੂੰ ਸਾਡੇ ਪਰਿਵਾਰ ਦੀ ਕੁਰਬਾਨੀ ਵੇਖਣੀ ਚਾਹੀਦੀ ਹੈ। ਬਿਲਕੁਲ, ਪਾਰਟੀ ਸਭ ਕੁਝ ਦੇਖਦੀ ਹੈ, ਕੁਰਬਾਨੀਆਂ ਵੀ ਦੇਖਦੀ ਹੈ, ਸਭ ਦੀ ਪਾਰਟੀ ਦੀ ਸਿੰਸੈਰਿਟੀ ਵੀ ਦੇਖਦੀ ਹੈ, ਪਾਰਟੀ ਵਿਨੇਬਲ ਕ੍ਰਾਈਟੇਰੀਆ ਵੀ ਵੇਖਦੀ ਹੈ। ਮੈਨੂੰ ਨਹੀਂ ਲੱਗਦਾ ਪਾਰਟੀ ਕਿਸੇ ਨੂੰ ਵੀ ਇਗਨੋਰ ਕਰੇਗੀ। ਜਿਹੜੇ ਚੰਗੇ ਲੋਕ ਹੋਣਗੇ, ਜਿੱਤਣ ਵਾਲੇ ਹੋਣਗੇ, ਉਹਨਾਂ ਨੂੰ ਜ਼ਰੂਰ ਮੌਕਾ ਦੇਣਗੇ।